ਭਾਰਤ ਤੋਂ ਇੱਕ ਭਿਕਸ਼ੂ ਕੋਈ 1400 ਸਾਲ ਪਹਿਲਾਂ ਚੀਨ ਦੇਸ਼ ਗਿਆ। ਉਸ ਦਾ ਨਾਮ ਬੋਧੀਰਾਮ ਸੀ। ਚੀਨ ਪਹੁੰਚਣ ਤੋਂ ਪਹਿਲਾਂ ਹੀ ਉਸ ਦਾ ਜਸ਼, ਉਸ ਦੀ ਖਿਆਤੀ ਉਸ ਦੇਸ਼ ਵਿੱਚ ਪਹੁੰਚ ਚੁੱਕੀ ਸੀ। ਬਹੁਤ ਹੀ ਅਦਭੁਤ ਆਦਮੀ ਸੀ ਉਹ। ਚੀਨ ਦਾ ਸਮਰਾਟ ਖੁਦ ਉਸ ਨੂੰ ਲੈਣ ਲਈ ਚੀਨ ਦੀ ਸੀਮਾ ਤੇ ਆਇਆ। ਉਸਨੇ ਬੋਧੀਰਾਮ ਦਾ ਖੂਬ ਸਵਾਗਤ ਕੀਤਾ। ਸਵਾਗਤ ਸਤਿਕਾਰ ਤੋਂ ਬਾਅਦ ਜਦੋਂ ਇਕਾਂਤ ਮਿਲਿਆ ਤਾਂ ਰਾਜਾ ਨੇ ਬੋਧੀਰਾਮ ਨੂੰ ਕਿਹਾ, ਹੇ ਭਿਕਸ਼ੂ, ਮੈਂ ਤੁਹਾਡੀ ਬੜੀ ਪ੍ਰਸ਼ੰਸਾ ਸੁਣੀ ਹੈ। ਬੜੇ ਦਿਨਾਂ ਤੋਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਤੁਸੀਂ ਆਓ ਤੇ ਕਦੋਂ ਮੈਂ ਆਪਣਾ ਦੁੱਖ ਤੁਹਾਡੇ ਅੱਗੇ ਵਿਅਕਤ ਕਰਾਂ। ਮੇਰੇ ਜੀਵਨ ਦਾ ਇੱਕ ਹੀ ਦੁੱਖ ਹੈ ਜਿਸ ਨੂੰ ਮੈਂ ਮਿਟਾਉਣਾ ਚਾਹੁੰਦਾ ਹਾਂ। ਉਹ ਹੈ ਮੇਰਾ ਅਹੰਕਾਰ। ਇਹ ਮੈਨੂੰ ਬੜੀ ਪੀੜਾ ਦਿੰਦਾ ਹੈ। ਮੈਨੂੰ ਸੈਂਕੜੇ ਧਰਮ ਉਪਦੇਸ਼ਕਾਂ ਨੇ ਸਮਝਾਇਆ ਕਿ ਜੇ ਮੈਂ ਅਹੰਕਾਰ ਛੱਡ ਦਿਆਂ ਤਾਂ ਮੈਂ ਦੁੱਖ ਤੋਂ ਬਾਹਰ ਆ ਜਾਵਾਂਗਾ, ਪਰ ਮੈਂ ਅਹੰਕਾਰ ਕਿਸ ਤਰ੍ਹਾਂ ਛੱਡਾਂ? ਮੈਂ ਸੈਂਕੜੇ ਉਪਾਅ ਕਰ ਲਏ। ਮੈਂ ਕਈ ਤਰ੍ਹਾਂ ਦੇ ਉਪਵਾਸ ਰੱਖੇ, ਰੁੱਖਾ ਮਿੱਸਾ ਖਾਧਾ, ਨਰਮ ਬਿਸਤਰੇ ਛੱਡ ਕੇ ਭੂਮੀ ਤੇ ਸੌਂਦਾ ਰਿਹਾ। ਮੈਂ ਭੁੱਖਾ ਵੀ ਰਿਹਾ ਤੇ ਆਪਣੇ ਸਰੀਰ ਨੂੰ ਕਾਂਟੇ ਦੀ ਤਰ੍ਹਾਂ ਸੁਕਾ ਕੇ ਵੀ ਵੇਖਿਆ। ਹਰ ਤਰ੍ਹਾਂ ਦੇ ਭੋਗ ਬੰਦ ਕੀਤੇ, ਹਰ ਤਰ੍ਹਾਂ ਦੇ ਚੰਗੇ ਵਸਤਰ ਪਾਣੇ ਬੰਦ ਕੀਤੇ। ਸਰਦੀਆਂ ਗਰਮੀਆਂ ਮੈਂ ਕੇਵਲ ਇੱਕ ਕੱਪੜਾ ਪਾ ਕੇ ਗੁਜ਼ਾਰਾ ਕੀਤਾ। ਪਰ ਮੈਂ ਦੇਖਦਾ ਹਾਂ ਕਿ ਮੇਰੇ ਭੀਤਰ ਦਾ ਅਹੰਕਾਰ ਮਰਦਾ ਹੀ ਨਹੀਂ, ਉਹ ਮੌਜੂਦ ਹੀ ਰਹਿੰਦਾ ਹੈ। ਰਾਜ ਭਾਗ ਵੀ ਮੈਂ ਵੇਖ ਲਿਆ, ਤਿਆਗ ਕਰਕੇ ਵੀ ਮੈਂ ਵੇਖ ਲਿਆ। ਬੜਾ ਪਰੇਸ਼ਾਨ ਹਾਂ ਮੈਂ। ਇਹ ਅਹੰਕਾਰ ਤਾਂ ਜਾਣ ਦਾ ਨਾਮ ਹੀ ਨਹੀਂ ਲੈਂਦਾ। ਇਹ ਮੌਜੂਦ ਹੀ ਰਹਿੰਦਾ ਹੈ ਤੇ ਮੇਰਾ ਪਿੱਛਾ ਨਹੀਂ ਛੱਡਦਾ। ਹੁਣ ਮੈਂ ਕੀ ਕਰਾਂ? ਸਭ ਕੁਝ ਸੁਣ ਕੇ ਬੋਧੀਰਾਮ ਨੇ ਕਿਹਾ, ਮੇਰੇ ਮਿੱਤਰ, ਤੁਸੀਂ ਅੱਜ ਤੱਕ ਜੋ ਵੀ ਕੀਤਾ ਸਭ ਵਿਅਰਥ ਹੈ, ਕਿਉਂਕਿ ਤੁਸੀਂ ਸਭ ਤੋਂ ਬੁਨਿਆਦੀ ਕੰਮ ਤਾਂ ਕੀਤਾ ਹੀ ਨਹੀਂ। ਉਹ ਬੁਨਿਆਦੀ ਕੰਮ ਅਸੀਂ ਕੱਲ ਸਵੇਰੇ ਕਰਾਂਗੇ। ਤੁਸੀਂ ਕੱਲ ਸਵੇਰੇ 4 ਵਜੇ ਆ ਜਾਓ। ਮੈਂ ਤੁਹਾਡੇ ਅਹੰਕਾਰ ਨੂੰ ਖਤਮ ਹੀ ਕਰ ਦਿਆਂਗਾ। ਉਹ ਰਾਜਾ ਬਹੁਤ ਹੈਰਾਨ ਹੋਇਆ। ਇੰਨੀ ਆਸਾਨੀ ਨਾਲ ਕੀਤਾ ਜਾਣ ਵਾਲਾ ਕਿਹੜਾ ਕੰਮ ਹੋ ਸਕਦਾ ਹੈ ਜਿਸ ਨਾਲ ਮੇਰਾ ਅਹੰਕਾਰ ਸਮਾਪਤ ਹੋ ਜਾਏ, ਜਿਸ ਨੂੰ ਖਤਮ ਕਰਨ ਲਈ ਮੈਂ ਜੀਵਨ ਭਰ ਕੋਸ਼ਿਸ਼ ਕਰਦਾ ਰਿਹਾ। ਇਹ ਬੁੱਧੀ ਕਹਿੰਦਾ ਹੈ ਕਿ ਰਾਤ 4 ਵਜੇ ਆ ਜਾਓ, ਖਤਮ ਕਰ ਦਿਆਂਗਾ। ਖੈਰ, ਵੇਖਦੇ ਹਾਂ। ਜਿਸ ਮੰਦਰ ਵਿੱਚ ਬੋਧੀਰਾਮ ਠਹਿਰਿਆ ਸੀ, ਉਸ ਦੀਆਂ ਪੌੜੀਆਂ ਉਤਰਦੇ ਹੋਏ ਰਾਜਾ ਨੂੰ ਬੋਧੀਰਾਮ ਨੇ ਪਿੱਛੋਂ ਆਵਾਜ਼ ਲਗਾਈ ਕਿ ਹੇ ਰਾਜਨ, ਸੁਣੋ, ਇੱਕ ਗੱਲ ਦਾ ਖਿਆਲ ਰੱਖਣਾ ਕਿ ਜਦੋਂ ਤੁਸੀਂ ਇੱਥੇ ਆਓ ਤਾਂ ਇਕੱਲੇ ਨਾ ਆਣਾ, ਅਹੰਕਾਰ ਨੂੰ ਵੀ ਨਾਲ ਲੈ ਕੇ ਆਣਾ। ਰਾਜਾ ਥੋੜਾ ਹੈਰਾਨ ਹੋਇਆ ਕਿ ਇਹ ਕੀ ਗੱਲ ਹੋਈ ਕਿ ਅਹੰਕਾਰ ਨੂੰ ਨਾਲ ਲੈ ਕੇ ਆਣਾ। ਬੋਧੀਰਾਮ ਨੇ ਸਮਝਾਇਆ ਕਿ ਜੇ ਤੁਸੀਂ ਇਕੱਲੇ ਹੀ ਆਏ ਤਾਂ ਮੈਂ ਹੱਤਿਆ ਕਿਸ ਦੀ ਕਰਾਂਗਾ। ਅਹੰਕਾਰ ਨੂੰ ਨਾਲ ਲੈ ਕੇ ਆਉਂਗੇ ਤਾਂ ਹੀ ਉਸ ਨੂੰ ਖਤਮ ਕਰ ਸਕਾਂਗਾ। ਇੱਕ ਵਾਰੀ ਵਿੱਚ ਹੀ ਮਾਮਲਾ ਨਿਪਟ ਜਾਏਗਾ, ਗੱਲ ਖਤਮ ਹੋ ਜਾਏਗੀ। 4 ਵੱਜ ਗਏ। ਰਾਜਾ ਆਇਆ। ਆਂਦੇ ਹੀ ਬੋਧੀਰਾਮ ਨੇ ਪੁੱਛਿਆ, ਅਹੰਕਾਰ ਨੂੰ ਨਾਲ ਲਿਆਏ? ਰਾਜਾ ਨੇ ਕਿਹਾ, ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ? ਅਹੰਕਾਰ ਕੋਈ ਵਸਤੂ ਹੈ ਜੋ ਮੈਂ ਆਪਣੇ ਨਾਲ ਲੈ ਆਂਦਾ? ਬੋਧੀਰਾਮ ਨੇ ਕਿਹਾ ਕਿ ਚਲੋ ਇੱਕ ਗੱਲ ਤਾਂ ਤੈਅ ਹੋ ਗਈ ਕਿ ਅਹੰਕਾਰ ਕੋਈ ਵਸਤੂ ਨਹੀਂ ਹੈ। ਫਿਰ ਕੀ ਹੈ ਅਹੰਕਾਰ? ਉਸ ਰਾਜਾ ਨੇ ਕਿਹਾ, ਅਹੰਕਾਰ ਤਾਂ ਇੱਕ ਮਨ ਦਾ ਭਾਵ ਹੈ, ਚਿੱਤ ਦੀ ਇੱਕ ਦਸ਼ਾ ਹੈ। ਉਸਨੇ ਕਿਹਾ, ਚਲੋ ਮੈਂ ਦੂਸਰੀ ਗੱਲ ਮੰਨ ਲੈਂਦਾ ਹਾਂ ਕਿ ਅਹੰਕਾਰ ਇੱਕ ਭਾਵ ਹੀ ਹੈ, ਹੋਰ ਕੁਝ ਨਹੀਂ। ਹੁਣ ਤੁਸੀਂ ਅੱਖਾਂ ਬੰਦ ਕਰਕੇ ਬੈਠ ਜਾਓ ਤੇ ਖੋਜੋ ਕਿ ਅਹੰਕਾਰ ਦਾ ਭਾਵ ਮਨ ਵਿੱਚ ਕਿੱਥੇ ਬੈਠਾ ਹੈ, ਤੇ ਜਦੋਂ ਤੁਹਾਨੂੰ ਇਹ ਮਿਲ ਜਾਵੇ ਤਾਂ ਮੈਨੂੰ ਦੱਸ ਦੇਣਾ। ਮੈਂ ਉੱਥੇ ਹੀ ਇਸ ਦੀ ਹੱਤਿਆ ਕਰ ਦੇਵਾਂਗਾ। ਉਸ ਹਨੇਰੀ ਰਾਤ ਦੇ 4 ਵਜੇ ਸਵੇਰੇ ਉਹ ਰਾਜਾ ਅੱਖਾਂ ਮੂੰਦ ਕੇ ਬੈਠ ਗਿਆ ਤੇ ਖੋਜਣ ਲੱਗਾ ਆਪਣੇ ਭੀਤਰ ਕਿ ਅਹੰਕਾਰ ਕਿੱਥੇ ਹੈ। ਤੇ ਬੋਧੀਰਾਮ ਸਾਹਮਣੇ ਡੰਡਾ ਲੈ ਕੇ ਬੈਠ ਗਿਆ। ਉਹ ਡੰਡਾ ਹਰ ਵੇਲੇ ਬੋਧੀਰਾਮ ਆਪਣੇ ਹੱਥ ਵਿੱਚ ਹੀ ਰੱਖਦਾ ਸੀ ਤੇ ਉਹ ਕਹਿਣ ਲੱਗਾ, ਜਿਵੇਂ ਹੀ ਤੈਨੂੰ ਅਹੰਕਾਰ ਮਿਲੇ ਬਸ ਮੈਨੂੰ ਦੱਸ ਦੇਣਾ ਕਿ ਤੁਸੀਂ ਉਸ ਨੂੰ ਪਕੜ ਲਿਆ ਹੈ। ਮੈਂ ਉਸੇ ਵੇਲੇ ਉਸ ਦੀ ਹੱਤਿਆ ਕਰ ਦੇਵਾਂਗਾ। ਰਾਜਾ ਸਾਹਮਣੇ ਬੈਠਾ ਹੈ ਤੇ ਬੋਧੀਰਾਮ ਵਿੱਚੋਂ ਵਿੱਚੋਂ ਰਾਜੇ ਨੂੰ ਡੰਡੇ ਨਾਲ ਟੋਹ ਦਿੰਦਾ ਹੈ, ਧੱਕਾ ਦਿੰਦਾ ਹੈ ਕਿ ਚੰਗੀ ਤਰ੍ਹਾਂ ਖੋਜੋ, ਧਿਆਨ ਨਾਲ ਖੋਜੋ, ਕਿਸੇ ਜਗ੍ਹਾ ਚੂਕ ਨਾ ਹੋ ਜਾਵੇ, ਕੋਈ ਵੀ ਕੋਨਾ ਬਿਨਾਂ ਦੇਖੇ ਨਾ ਰਹਿ ਜਾਵੇ। ਸਾਰੇ ਮਨ ਨੂੰ ਚੰਗੀ ਤਰ੍ਹਾਂ ਖੰਗਾਲ ਲਵੋ, ਖੋਜ ਛੱਡੋ ਕਿੱਥੇ ਹੈ ਅਹੰਕਾਰ, ਤੇ ਜੇ ਮਿਲ ਜਾਵੇ ਤਾਂ ਪਕੜ ਲਵੋ ਉਸ ਨੂੰ ਉਸੇ ਜਗ੍ਹਾ ਤੇ। ਫਿਰ ਮੈਨੂੰ ਦੱਸੋ ਕਿ ਇੱਥੇ ਹੈ, ਇਹ ਹੈ, ਤੇ ਜਿਵੇਂ ਹੀ ਤੁਸੀਂ ਮੈਨੂੰ ਦੱਸੋਗੇ ਕਿ ਇਹ ਇਸ ਜਗ੍ਹਾ ਤੇ ਹੈ
ਤਾਂ ਮੈਂ ਉਸੇ ਵੇਲੇ ਉਸ ਦੀ ਹੱਤਿਆ ਕਰ ਦੇਵਾਂਗਾ। ਅੱਧੀ ਘੜੀ ਬੀਤੀ, ਇੱਕ ਘੜੀ ਬੀਤੀ। ਉਹ ਜੋ ਰਾਜਾ ਬੈਠਾ ਸੀ ਉਸ ਦੇ ਚਿਹਰੇ ਤੇ ਬੜਾ ਤਣਾਅ ਖੋਜ ਰਿਹਾ ਹੈ, ਹੋਰ ਖੋਜ ਰਿਹਾ ਹੈ। ਪਰ ਹੌਲੀ-ਹੌਲੀ ਉਸ ਦੇ ਚਿਹਰੇ ਦਾ ਤਣਾਅ ਢਿੱਲਾ ਪੈਣਾ ਸ਼ੁਰੂ ਹੋ ਗਿਆ। ਉਸ ਦੇ ਚਿਹਰੇ ਤੇ ਸਨਾਯੂ ਤੰਤੂ ਸਥਿਰ ਹੋ ਗਏ, ਮੱਥੇ ਤੇ ਆਈਆਂ ਤਿਉੜੀਆਂ ਲੈ ਗਈਆਂ ਤੇ ਚਿਹਰਾ ਇੱਕਦਮ ਸ਼ਾਂਤ ਹੁੰਦਾ ਗਿਆ। ਘੰਟਾ ਬੀਤਿਆ, 2 ਘੰਟੇ ਬੀਤੇ। ਰਾਜਾ ਲਗਾਤਾਰ ਖੋਜ ਰਿਹਾ ਹੈ, ਪਰੰਤੂ ਹੁਣ ਉਸ ਦੀਆਂ ਅੱਖਾਂ ਦੇ ਆਸ-ਪਾਸ ਬੜੀ ਸ਼ਾਂਤੀ ਇਕੱਠੀ ਹੋਣ ਲੱਗੀ। ਉਸ ਦੇ ਬੁੱਲ੍ਹਾਂ ਦੇ ਆਸ-ਪਾਸ ਕੋਈ ਮੁਸਕਰਾਹਟ ਜਿਹੀ ਘਣੀ ਹੋਣ ਲੱਗੀ। ਉਸ ਦੇ ਖੋਜਦੇ ਸਵੇਰ ਹੋਣ ਲੱਗੀ। ਸੂਰਜ ਨਿਕਲਣ ਲੱਗਾ ਤੇ ਉਸ ਦਾ ਪ੍ਰਕਾਸ਼ ਰਾਜਾ ਦੇ ਚਿਹਰੇ ਤੇ ਪੈਣ ਲੱਗਾ। ਉਹ ਕੋਈ ਦੂਸਰਾ ਹੀ ਆਦਮੀ ਹੋ ਗਿਆ ਤੇ ਬੋਧੀ ਰਾਮ ਨੇ ਉਸ ਨੂੰ ਹਿਲਾਇਆ ਤੇ ਕਿਹਾ, ਮਿੱਤਰ ਕਦੋਂ ਤੱਕ ਖੋਜਦੇ ਰਹੋਗੇ? ਰਾਜਾ ਨੇ ਅੱਖਾਂ ਖੋਲ੍ਹੀਆਂ ਤੇ ਬੋਧੀ ਰਾਮ ਦੇ ਪੈਰ ਫੜ ਲਏ ਤੇ ਕਿਹਾ, ਮੈਂ ਜਾਂਦਾ ਹਾਂ ਹੁਣ। ਜਿਸ ਦੀ ਹੱਤਿਆ ਲਈ ਮੈਂ ਆਇਆ ਸੀ ਉਹ ਤੇ ਹੈ ਹੀ ਨਹੀਂ। ਮੈਂ ਉਸ ਨੂੰ ਅੱਜ ਤੱਕ ਖੋਜਿਆ ਹੀ ਨਹੀਂ, ਇਸ ਲਈ ਉਹ ਮੌਜੂਦ ਸੀ। ਅੱਜ ਮੈਂ ਖੋਜਿਆ ਤਾਂ ਪਾਇਆ ਕਿ ਉਹ ਤੇ ਹੈ ਹੀ ਨਹੀਂ। ਬੋਧੀ ਰਾਮ ਨੇ ਕਿਹਾ, ਇਹ ਅਜਿਹਾ ਹੀ ਹੈ ਜਿਵੇਂ ਕਿਸੇ ਘਰ ਵਿੱਚ ਹਨੇਰਾ ਹੋਵੇ ਤੇ ਕਿਸੇ ਆਦਮੀ ਨੂੰ ਕਹੀਏ ਕਿ ਜਾਓ ਦੀਵਾ ਲੈ ਕੇ ਜਾਓ ਤੇ ਖੋਜੋ ਕਿ ਹਨੇਰਾ ਕਿੱਥੇ ਹੈ। ਦੀਵਾ ਲੈ ਕੇ ਉਹ ਘਰ ਦੇ ਅੰਦਰ ਜਾਵੇਗਾ ਤਾਂ ਹਨੇਰਾ ਮਿਲੇਗਾ ਹੀ ਨਹੀਂ। ਹਨੇਰਾ ਤਾਂ ਹੀ ਹੁੰਦਾ ਹੈ ਕਿਉਂਕਿ ਦੀਵਾ ਨਹੀਂ ਹੁੰਦਾ, ਤੇ ਜਦੋਂ ਕੋਈ ਦੀਵਾ ਲੈ ਕੇ ਅੰਦਰ ਜਾਂਦਾ ਹੈ ਤਾਂ ਦੇਖਦਾ ਹੈ ਕਿ ਹਨੇਰਾ ਨਹੀਂ ਹੈ। ਇਸੇ ਤਰ੍ਹਾਂ ਹੀ ਕੋਈ ਵਿਅਕਤੀ ਜਦੋਂ ਸੁੱਤੇ ਹੋਏ ਮਨ ਦੇ ਅੰਦਰ ਹੋਸ਼ ਪੂਰਵਕ ਦੀਵਾ ਲੈ ਕੇ ਜਾਂਦਾ ਹੈ, ਵਿਚਾਰ ਦਾ, ਵਿਵੇਕ ਦਾ, ਪ੍ਰਗਿਆ ਦਾ ਦੀਵਾ ਲੈ ਕੇ ਮਨ ਅੰਦਰ ਖੋਜਦਾ ਹੈ, ਤਾਂ ਉਸ ਨੂੰ ਲੱਭਦਾ ਹੈ ਕਿ ਉੱਥੇ ਤਾਂ ਕੋਈ ਅਹੰਕਾਰ ਹੈ ਹੀ ਨਹੀਂ। ਜਦੋਂ ਤੱਕ ਨਹੀਂ ਜਾਂਦਾ ਅਹੰਕਾਰ ਨੂੰ ਖੋਜਣ, ਤਦ ਤੱਕ ਅਹੰਕਾਰ ਹੈ। ਮਨ ਵਿੱਚ ਸਾਡੀ ਗੈਰ ਮੌਜੂਦਗੀ, ਸਾਡਾ ਗੈਰ ਹਾਜ਼ਰ ਹੋਣਾ ਹੀ ਅਹੰਕਾਰ ਹੈ। ਜਿਸ ਤਰ੍ਹਾਂ ਹੀ ਅਸੀਂ ਮਨ ਦੇ ਅੰਦਰ ਪ੍ਰਵੇਸ਼ ਕਰਦੇ ਹਾਂ, ਉੱਥੇ ਹਾਜ਼ਰ ਰਹਿੰਦੇ ਹਾਂ, ਉੱਥੇ ਕੋਈ ਵੀ ਅਹੰਕਾਰ ਮੌਜੂਦ ਨਹੀਂ। ਦੋਸਤੋ, ਅਗਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਆਪਣੇ ਵਿਚਾਰਾਂ ਨੂੰ ਕਮੈਂਟ ਕਰਿਓ, ਤੇ ਅਗਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਅੱਗੇ ਬਣੀ ਹੋਈ ਘੰਟੀ ਜ਼ਰੂਰ ਦਬਾ ਦੇਵੋ, ਤਾਂ ਕਿ ਅਗਲੀ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਆਪਣੇ ਆਪ ਪਹੁੰਚ ਜਾਵੇ। ਤਦ ਤੱਕ ਲਈ ਅਲਵਿਦਾ, ਸਤਿ ਸ਼੍ਰੀ ਅਕਾਲ।